ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਚਾਰ ਕਰਾਂਗੇ ਅਰਦਾਸ ਦੇ ਵਿੱਚ ਜਿਨ੍ਹਾਂ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਨੂੰ ਸਜਦਾ, ਜਿਨ੍ਹਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਗੁਰਦੁਆਰਾ ਮਾਘੀ ਦੇ ਦਿਨ ਜਦੋਂ ਬੜਾ ਭਾਰੀ ਸੰਗਤਾਂ ਦਾ ਉੱਥੇ ਇਕੱਠ ਹੁੰਦਾ ਹੈ। ਉਹ 40 ਮੁਕਤੇ ਕੌਣ ਸਨ? ਡਾਕਟਰ ਜਸਵੰਤ ਸਿੰਘ ਨੇਕੀ ਬਹੁਤ ਹੀ ਵਿਦਵਾਨ, ਉਸ ਅਕਾਲ ਪੁਰਖ ਨਾਲ ਜੁੜੀ ਰੂਹ, ਜਿਨ੍ਹਾਂ ਦੀ ਪੁਸਤਕ ਅਰਦਾਸ ਦਰਸ਼ਨ ਰੂਪ ਅਭਿਆਸ ਦੇ ਵਿੱਚ ਅਰਦਾਸ ਦੇ ਇੱਕ ਇੱਕ ਅੱਖਰ ਦਾ ਇਤਨੇ ਸੁੰਦਰ ਢੰਗ ਦੇ ਨਾਲ, ਇਤਨੀ ਬਾਰੀਕੀ ਦੇ ਨਾਲ, ਇਤਨੇ ਜੁੜ ਕੇ ਉਸ ਦਾ ਸਪਸ਼ਟੀਕਰਨ ਕੀਤਾ ਗਿਆ ਹੈ। 40 ਮੁਕਤਿਆਂ ਦਾ ਜ਼ਿਕਰ ਕਰਦੇ ਹੋਏ ਡਾਕਟਰ ਜਸਵੰਤ ਸਿੰਘ ਨੇਕੀ ਜੀ ਹੋਰੀ ਆਪਣੀ ਇਸ ਪੁਸਤਕ ਦੇ ਵਿੱਚ ਜੋ ਲਿਖਦੇ ਹਨ, ਉਸ ਦੇ ਅਨੁਸਾਰ ਅੱਜ ਆਪਾਂ ਵਿਚਾਰ ਕਰਾਂਗੇ। 40 ਮੁਕਤੇ ਭਾਰਤੀ ਧਰਮ ਪਰੰਪਰਾ ਵਿੱਚ ਮੁਕਤਾ ਉਸ ਨੂੰ ਕਹਿੰਦੇ ਹਨ ਜੋ ਅਸਤਿਤਵ ਪਰਕ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੋਵੇ। ਮਨੁੱਖੀ ਹੋਂਦ ਨਾਲ ਜੁੜੇ ਹੋਏ ਇਹ ਬੰਧਨ ਜਨਮ ਮਰਨ ਦੇ, ਮੋਹ ਮਾਇਆ ਦੇ, ਦੁੱਖ ਸੁੱਖ ਆਦਿ ਦੇ ਬੰਧਨ ਹਨ। ਇਹਨਾਂ ਤੋਂ ਛੁਟਕਾਰੇ ਦਾ ਨਾਮ ਮੁਕਤੀ ਹੈ ਤੇ ਐਸੀ ਮੁਕਤੀ ਪ੍ਰਾਪਤ ਕਰਨ ਵਾਲੇ ਮੁਕਤੇ ਅਖਾਉਂਦੇ ਹਨ। ਸਿੱਖ ਧਰਮ ਵਿੱਚ ਮੁਕਤੀ ਦਾ ਮੁੱਖ ਸਾਧਨ ਆਤਮ ਸਮਰਪਣ ਹੈ। ਆਪਣੇ ਆਪੇ ਵੱਲੋਂ ਮਰ ਜਾਣ ਦਾ ਇਹ ਆਤਮ ਸਮਰਪਣ ਵਾਹਿਗੁਰੂ ਦੀ ਯਾਦ ਵਿੱਚ ਰਹਿਣ ਵਾਲਾ, ਸਤਿਗੁਰੂ ਦੇ ਬਚਨਾਂ ਤੋਂ ਵਾਰਨੇ ਜਾਣ ਵਾਲਾ, ਆਪਣੇ ਅੰਦਰ ਪਿਆਰ ਤੇ ਹਲੀਮੀ ਵਸਾਉਣ ਵਾਲਾ, ਧਰਮ ਦੀ ਖਾਤਰ ਆਪਾ ਵਾਰਨ ਵਾਲਾ, ਜਾਂ ਫਿਰ ਆਪਣੀ ਬੇਮੁਖਤਾ ਤੋਂ ਪਛਤਾ ਕੇ ਮੁੜ ਸ਼ਰਨ ਆਉਣ ਵਾਲਾ ਕਿਸੇ ਵੀ ਪ੍ਰਕਾਰ ਦਾ ਆਤਮ ਸਮਰਪਣ ਹੋ ਸਕਦਾ ਹੈ। ਕਿਸੇ ਮੁਕਤੇ ਨੂੰ ਸੇਵ ਕੇ ਹੀ ਪ੍ਰਾਣੀ ਮੁਕਤ ਹੋ ਸਕਦਾ ਹੈ। ਤੇ ਉਦਾਹਰਨਾਂ ਵਜੋਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ। ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ, ਜੀਵਤ ਮਰੇ ਮਰੇ ਪੁਨ ਜੀਵੇ ਤਾਂ ਮੋਖ ਅੰਤਰ ਪਾਏ। ਮੁਕਤੇ ਰਮਨ ਗੋਬਿੰਦ ਹੈ, ਉਸ ਪਰਮਾਤਮਾ ਨੂੰ ਭਜਨ ਵਾਲੇ, ਜਪਣ ਵਾਲੇ। ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ। ਗੁਰ ਦੇ ਸ਼ਬਦ ਦੀ ਵਿਚਾਰ ਕਰਨ ਵਾਲੇ ਤੇ ਆਪਣੇ ਮਨ ਨੂੰ ਮਾਰਨ ਵਾਲੇ, ਉਹੀ ਅਸਲ ਵਿੱਚ ਮੋਖ ਦੁਆਰ ਪ੍ਰਾਪਤ ਕਰਦੇ ਹਨ। ਪਾਓ ਭਗਤ ਹਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਪਾਓ ਭਗਤੀ ਵਿੱਚ ਭਿੱਜ ਕੇ ਜੋ ਆਪਣੇ ਆਪ ਨੂੰ ਨੀਵਾਂ ਖਵਾਉਂਦਾ ਹੈ, ਉਹੀ ਅਸਲ ਵਿੱਚ ਮੋਕਸ਼ ਦੀ ਪ੍ਰਾਪਤੀ ਕਰਦਾ ਹੈ। ਅਰਦਾਸ ਵਿੱਚ ਜਿਨ੍ਹਾਂ 40 ਮੁਕਤਿਆਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਂਦੀ ਹੈ, ਇਹ ਉਹ ਮੁਕਤੇ ਹਨ ਜੋ ਆਤਮ ਸਮਰਪਣ ਦੀਆਂ ਸਿਖਰਾਂ ਨੂੰ ਛੂੰਹਦਿਆਂ ਮੁਕਤੀ ਦਾਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵਾਰ ਗਏ। ਪਹਿਲੇ 40 ਮੁਕਤੇ ਉਹ ਸਿੰਘ ਹਨ ਜੋ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜ ਦਾ ਟਾਕਰਾ ਕਰਦੇ ਸ਼ਹੀਦ ਹੋਏ। ਇਹ ਸਿੰਘ ਲਗਾਤਾਰ ਕਈ ਦਿਨਾਂ ਤੋਂ ਢਿੱਡੋਂ ਭੁੱਖੇ ਕੇਵਲ ਸਿਦਕ ਤੇ ਸਿਰ ਤੇ ਲੜਦੇ ਰਹੇ। ਅਥਾਹ ਮੁਗਲ ਫੌਜ ਨੇ ਇਸ ਗੜੀ ਦਾ ਬੜਾ ਸਖਤ ਮੁਹਾਸਰਾ ਕੜਿਆ ਹੋਇਆ ਸੀ। ਇੱਥੋਂ ਤੱਕ ਲਿਖਿਆ ਹੈ ਕਿ ਰਸਦ ਪਾਣੀ ਵੀ ਅੰਦਰ ਜਾਣੀ ਬੰਦ ਹੋ ਗਈ ਸੀ ਤੇ ਅੰਦਰ ਦੀ ਮੁੱਕ ਗਈ ਸੀ। ਸਮੁੰਦਰ ਦੀਆਂ ਛੱਲਾਂ ਵਾਂਗ ਉਹ ਬਾਰ-ਬਾਰ ਗੜੀ ਉੱਤੇ ਤਾਵਾ ਬੋਲਦੇ, ਪਰ ਸਿੰਘਾਂ ਦੇ ਜਵਾਬੀ ਤੀਰਾਂ ਨਾਲ ਟਕਰਾ ਕੇ ਸਮੁੰਦਰ ਦੀਆਂ ਛੱਲਾਂ ਵਾਂਗ ਹੀ ਵਾਪਸ ਪਰਤ ਜਾਂਦੇ। ਵਿੱਚ ਸਿੰਘਾਂ ਦੇ ਜੱਥੇ ਗੜੀ ਤੋਂ ਬਾਹਰ ਆ ਕੇ ਵੀ ਦੁਸ਼ਮਣ ਦੇ ਆਹੂ ਲਾਉਂਦੇ ਤੇ ਕਰੜੇ ਹੱਥ ਦਿਖਾਉਂਦੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ। ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਵੀ ਇਸ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਕਲਗੀਧਰ ਪਾਤਸ਼ਾਹ ਨੂੰ ਅਖੀਰ ਵਿੱਚ 5 ਸਿੰਘਾਂ ਨੇ ਹੁਕਮ ਕੀਤਾ ਕਿ ਆਪ ਗੜੀ ਛੱਡ ਦਿਓ, ਤੇ ਇਹਨਾਂ ਦੀ ਪ੍ਰਤੀਨਿਧਤਾ ਕਰਦੇ 5 ਸਿੰਘਾਂ ਨੇ ਗੜੀ ਛੋੜ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਸਤਿਗੁਰੂ ਜੀ ਦੁਸ਼ਮਣ ਨੂੰ ਵੰਗਾਰਦੇ ਨਿਕਲੇ ਤਾਂ ਇਹਨਾਂ ਸਿੰਘਾਂ ਨੇ ਧੌਂਸਿਆਂ ਦੀ ਵੰਗਾਰ ਮਚਾ ਦਿੱਤੀ ਤੇ ਦੁਸ਼ਮਣ ਨੂੰ ਇੱਕ ਵਾਰ ਤਾਂ ਸ਼ਸ਼ੋ ਪੰਜ ਵਿੱਚ ਪਾ ਦਿੱਤਾ,
ਪਰ ਅਣਗਿਣਤ ਮੁਲਖਈਏ ਅੱਗੇ ਗਿਣਤੀ ਦੇ ਸਿੰਘ ਕਿਤਨਾ ਚਿਰ ਨਿਭ ਸਕਦੇ ਸਨ। ਅੰਤ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਸੂਰਮਗਤੀ ਨੂੰ ਪ੍ਰਾਪਤ ਹੋ ਗਏ ਤੇ ਸ਼ਹਾਦਤ ਦਾ ਜਾਮ ਪੀ ਗਏ। ਇਹਨਾਂ ਤੋਂ ਮਗਰੋਂ 40 ਮੁਕਤੇ ਹੋਰ ਵੀ ਹੋਏ ਹਨ। ਇਹ ਮਾਝੇ ਦੇ ਉਹ ਸਿੰਘ ਹਨ ਜੋ ਆਨੰਦਪੁਰ ਦੇ ਮੁਹਾਸਰੇ ਵੇਲੇ ਦਿਨ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦਿਲ ਛੱਡ ਚੁੱਕੇ ਸਨ ਕਿ ਐਸੀਆਂ ਪਰਿਸਥਿਤੀਆਂ ਬਣ ਗਈਆਂ ਸਨ। ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਿੰਘ ਬਿਦਾਵਾ ਲਿਖ ਕੇ ਆਏ ਸਨ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਪਤਾ ਨਹੀਂ ਕਿਹੜੇ ਕਮਜ਼ੋਰ ਛਿਨ ਉਹ ਇਹ ਬਿਦਾਵਾ ਲਿਖ ਆਏ ਸਨ। ਉਹਨਾਂ ਦੀ ਆਤਮਾ ਵਿੱਚ ਤਾਂ ਸਤਿਗੁਰ ਦੀ ਯਾਦ ਅਜੇ ਵੀ ਕਾਇਮ ਸੀ। ਸ਼ਾਇਦ ਲੰਬੀ ਭੁੱਖ ਦੀ ਬੇਵਸੀ ਨਹੀਂ ਸਨ ਚੱਲ ਸਕੇ। ਸ਼ਾਇਦ ਆ ਵਿਰਲ ਕਮਸਾਨ ਕਰਦਿਆਂ ਥੱਕ ਗਏ ਸਨ। ਇਹ ਕਮਜ਼ੋਰ ਸਨ, ਕਠੋਰ ਨਹੀਂ ਸਨ। ਸ਼ਾਇਦ ਕਮਜ਼ੋਰੀ ਤੇ ਥਕਾਵਟ ਇਹਨਾਂ ਤੇ ਹਾਵੀ ਹੋ ਗਈ ਸੀ। ਸੋ ਕਮਜ਼ੋਰੀ ਦੇ ਕਿਸੇ ਛਿਣ ਗੁਰੂ ਨੂੰ ਬਿਦਾਵਾ ਦੇ ਕੇ ਨਿਕਲ ਆਏ ਸਨ। ਦੁਸ਼ਮਣ ਨੇ ਵੀ ਬਿਦਾਵਾ ਲਿਖਣ ਵਾਲਿਆਂ ਨੂੰ ਰਾਹ ਦੇ ਦਿੱਤਾ ਸੀ। ਜਦੋਂ ਉਹ ਕਰੀ ਪਹੁੰਚੇ ਤਾਂ ਕਰਦਿਆਂ ਨੇ ਬੂਹੇ ਨਾ ਟੱਪਣ ਦਿੱਤੇ। ਆ ਗਏ ਹੋ ਆਪਣੇ ਗੁਰੂ ਨੂੰ ਪਿੱਠ ਦਿਖਾ ਕੇ। ਉਹਨਾਂ ਦੀਆਂ ਘਰ ਵਾਲੀਆਂ ਨੇ ਉਹਨਾਂ ਨੂੰ ਵੰਗਾਰਿਆ। ਤੁਸੀਂ ਕਰੀ ਚੂੜੀਆਂ ਪਾ ਕੇ ਬੈਠ ਜਾਓ, ਅਸੀਂ ਮੈਦਾਨੇ ਜੰਗ ਵਿੱਚ ਚਲੀਆਂ ਜਾਂਦੀ ਹਾਂ। ਘਰਾਂ ਤੋਂ ਫਿਟਕਾਰਿਆਂ ਨੂੰ ਮਾਤਾ ਭਾਗ ਭਰੀ ਵਾਪਸ ਗੁਰਚਰਨਾਂ ਵੱਲ ਲੈ ਤੁਰੀ। ਮਾਤਾ ਭਾਗ ਕੌਰ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਬੜੇ ਹੀ ਸਤਿਕਾਰ ਦੇ ਨਾਲ ਆਉਂਦਾ ਹੈ। ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਚੋਂ ਹੋ ਜੱਟ ਪੂਰੇ ਹੁੰਦੇ ਹੋਏ ਫਿਰੋਜ਼ਪੁਰ ਵਾਲੇ ਪਾਸੇ ਨੂੰ ਤੁਰ ਪਏ ਸਨ। ਸ਼ਾਹੀ ਫੌਜਾਂ ਉਹਨਾਂ ਦਾ ਖੁਰਾ ਨੱਪਦੀਆਂ ਫਿਰਦੀਆਂ ਸਨ। ਉਹਨਾਂ ਫੌਜਾਂ ਦੇ ਪਿੱਛੇ ਤੁਰੇ ਆਉਣ ਦੀ ਇਹਨਾਂ ਬੇਦਾਵੀਆਂ ਸਿੱਖਾਂ ਨੂੰ ਭਨਕ ਪੈ ਗਈ। ਖਿਦਰਾਣੇ ਦੀ ਢਾਬ ਦੇ ਕੰਢੇ ਇਹਨਾਂ ਨੇ ਤੁਰੀ ਆਉਂਦੀ ਵੈਰੀ ਫੌਜ ਨੂੰ ਰਸਤੇ ਵਿੱਚ ਰੋਕਣ ਦਾ ਫੈਸਲਾ ਕਰ ਲਿਆ। ਆਪਣੀਆਂ ਚਾਦਰਾਂ ਲਾ ਕੇ ਉਹਨਾਂ ਬਿਰਛਾਂ ਉੱਤੇ ਟੰਗ ਦਿੱਤੀਆਂ। ਦੂਰੋਂ ਇਉਂ ਜਾਪਣ ਲੱਗਾ ਜਿਵੇਂ ਕੋਈ ਫੌਜ ਉੱਥੇ ਤੰਬੂ ਤਾਣੇ ਡੇਰੇ ਲਾਈ ਬੈਠੀ ਹੋਵੇ। ਆਪ ਉਹ ਐਸੇ ਟਿਕਾਣੇ ਮੱਲ ਕੇ ਬੈਠ ਗਏ ਜਿੱਥੋਂ ਆ ਰਹੀ ਫੌਜ ਉੱਤੇ ਪੂਰੇ ਜਲਾਲ ਦੇ ਨਾਲ ਹਮਲਾ ਕਰ ਸਕਣ। ਵੈਰੀਆਂ ਦੀ ਵਹੀ ਰਾਈ, ਪਰ ਉਹਨਾਂ ਦੇ ਹੱਲੇ ਅੱਗੇ ਕੁਝ ਖਤਮ ਹੋ ਗਈ, ਕੁਝ ਤਿੱਤਰ ਬਿੱਤਰ ਹੋ ਗਈ। ਪਰ ਇਹ 40 ਦੇ 40 ਸਿੰਘ ਵੀ ਗੁਰੂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ। ਪਾਓ ਇਹ ਵੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਲੜਾਈ ਦੀ ਸੂਹ ਮਿਲ ਗਈ। ਉਹ ਵੀ ਉੱਥੇ ਆਣ ਪੁੱਜੇ। ਇਹਨਾਂ ਸਿੰਘਾਂ ਦੀ ਸੁਰਮਗਤੀ ਤੋਂ ਕੁਰਬਾਨੀ ਕਾਰਨ ਬਹੁਤ ਦਰਵੇ। ਇੱਕ ਇੱਕ ਦਾ ਸਿਰ ਉਹਨਾਂ ਆਪਣੀ ਗੋਦੀ ਵਿੱਚ ਲਿਆ, ਇੱਕ ਇੱਕ ਦਾ ਮੱਥਾ ਚੁੰਮਿਆ ਤੇ ਖਿਤਾਬ ਦਿੱਤੇ। ਇਹ ਮੇਰਾ 5 ਹਜ਼ਾਰੀ, ਇਹ ਮੇਰਾ 10 ਹਜ਼ਾਰੀ, ਇਹ ਮੇਰਾ 20 ਹਜ਼ਾਰੀ। ਇਸ ਤਰ੍ਹਾਂ ਗੁਰੂ ਪਾਤਸ਼ਾਹ ਇੱਕ ਇੱਕ ਸਿੰਘ ਨੂੰ ਚੁੱਕ ਰਹੇ ਨੇ, ਗੋਦੀ ਵਿੱਚ ਲੈ ਰਹੇ ਨੇ, ਉਹਨਾਂ ਦੇ ਮੱਥੇ ਚੁੰਮ ਰਹੇ ਨੇ ਤੇ ਬੜੇ ਪਿਆਰ ਦੇ ਵਿੱਚ ਆ ਕੇ, ਵਜਬ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਖਿਤਾਬ ਦੇ ਰਹੇ ਨੇ। ਜਦ ਉਹਨਾਂ ਦੇ ਜਥੇਦਾਰ ਮਹਾਂ ਸਿੰਘ ਕੋਲ ਸਤਿਗੁਰੂ ਜੀ ਪਹੁੰਚੇ ਤਾਂ ਕੀ ਵੇਖਦੇ ਹਨ? ਉਸ ਦੇ ਪ੍ਰਾਣ ਅਜੇ ਚੱਲ ਰਹੇ ਹਨ। ਗੁਰੂ ਜੀ ਨੇ ਉਸ ਦਾ ਸਿਰ ਵੀ ਆਪਣੀ ਗੋਦ ਵਿੱਚ ਲਿਆ, ਮੂੰਹ ਵਿੱਚ ਪਾਣੀ ਪਾਇਆ ਤਾਂ ਉਸ ਨੂੰ ਰਤਾ ਇੱਕ ਸੁਰਤ ਆਈ। ਤਦ ਗੁਰੂ ਜੀ ਨੇ ਉਸ ਦੇ ਮਸਤਕ ਤੇ ਹੱਥ ਫੇਰਿਆ ਤੇ ਆਸ਼ੀਸ਼ਾਂ ਦਿੰਦਿਆਂ ਉਸ ਦਾ ਨਾਮ ਪੁਕਾਰਿਆ। ਉਹ ਬੱਚਿਆਂ ਵਾਂਗ ਰੋ ਪਿਆ। ਗੁਰੂ ਜੀ ਨੇ ਅਨੰਤ ਪ੍ਰੇਮ ਮਿਹਰ ਵਿੱਚ ਆ ਕੇ ਬਚਨ ਕੀਤਾ, ਮਹਾਂ ਸਿੰਘ ਜੀ ਕੁਝ ਮੰਗ ਲਓ। ਉਹ ਰਹਿਮਤਾਂ ਦਾ ਗੁਰੂ, ਰਹਿਮਤਾਂ ਦਾ ਸਾਗਰ ਗੁਰੂ ਆਪਣੇ ਇਸ ਬਿਦਾਵੇ ਲਿਖੇ ਹੋਏ ਸਿੰਘ ਨੂੰ ਹੀ ਇਤਨਾ ਪਿਆਰ ਦੇ ਰਹੇ ਨੇ। ਗੁਰੂ ਜੀ ਨੇ ਅਨੰਤ ਮਿਹਰ ਵਿੱਚ ਆ ਕੇ ਬਚਨ ਕੀਤਾ, ਮਹਾਂ ਸਿੰਘ ਜੀ ਕੁਝ ਮੰਗ ਲਵੋ, ਅੱਜ ਜੋ ਕੁਝ ਮੰਗੋਗੇ ਮਿਲੇਗਾ। ਮਹਾਂ ਸਿੰਘ ਅੱਗੋਂ ਅਤ ਮਾਸੂਮ ਸ਼ੁਕਰਾਨੇ ਵਿੱਚ ਡੁਬਾਉਂਦਿਆਂ ਅੱਖਾਂ ਨਾਲ ਖੋਲੀਆਂ ਅੱਖਾਂ ਨਾਲ ਬੋਲਿਆ, ਯਾਨੀ ਪਾਓ ਬਹੁਤ ਹੀ ਕਾਹ ਜ਼ਖਮ ਆ ਚੁੱਕੇ ਸਨ, ਮੌਤ ਦੇ ਬਹੁਤ ਕਰੀਬ ਸਨ। ਸਤਿਗੁਰੂ ਜੀ ਨੇ ਕਿਹਾ, ਮਹਾਂ ਸਿੰਘ ਜੀ ਕੁਝ ਹੋਰ ਵੀ ਮੰਗੋ। ਤੇ ਗੁਰੂ ਪਾਤਸ਼ਾਹ ਨੂੰ ਮਹਾਂ ਸਿੰਘ ਜੀ ਕੀ ਆਖਦੇ ਨੇ? ਮਹਾਂ ਸਿੰਘ ਅੱਗੋਂ ਅਤ ਮਾਸੂਮ ਸ਼ੁਕਰਾਨੇ ਵਿੱਚ ਡੁਬਾਉਂਦਿਆਂ ਅੱਖਾਂ ਨਾਲ ਬੋਲਿਆ, ਸੱਚੇ ਪਾਤਸ਼ਾਹ ਜੇ ਤੁੱਠੇ ਹੋ ਤਾਂ ਸਾਡਾ ਲਿਖਿਆ ਬਿਦਾਵਾ ਫਾੜ ਦਿਓ। ਜੇ ਤੁੱਠੇ ਹੋ ਤਾਂ
ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ। ਸਤਿਗੁਰੂ ਜੀ ਨੇ ਕਿਹਾ, ਮਾਂ ਸਿੰਘ ਜੀ ਕੁਝ ਹੋਰ ਵੀ ਮੰਗ ਲਓ। ਮਾਂ ਸਿੰਘ ਜੀ ਬੋਲੇ, ਦਾਤਾਰ ਪਾਤਸ਼ਾਹ, ਬਸ ਟੁੱਟੀ ਗੰਢ ਦਿਓ। ਸਤਿਗੁਰਾਂ ਨੇ ਕਮਰ ਕੱਸੇ ਵਿੱਚੋਂ ਸਾਂਭਿਆ ਬੇਦਾਵਾ ਕੱਢਿਆ, ਪਾੜ ਕੇ ਉਸਦੇ ਪੁਰਜੇ ਹਵਾ ਵਿੱਚ ਉਡਾ ਦਿੱਤੇ। ਮਹਾਂ ਸਿੰਘ ਨੇ ਸ਼ੁਕਰਾਨੇ ਵਿੱਚ ਸਤਿਗੁਰਾਂ ਦੇ ਚਰਨ ਚੁੰਮ ਲਏ ਤੇ ਫਿਰ ਆਪਣੇ ਮਿਹਰਬਾਨ ਸਤਿਗੁਰ ਦੀ ਗੋਦ ਵਿੱਚ ਹੀ ਪ੍ਰਾਣ ਤਿਆਗ ਦਿੱਤੇ। ਸਤਿਗੁਰਾਂ ਨੇ ਮਹਾਂ ਸਿੰਘ ਦੇ ਮਸਤ ਸ਼ਹੀਦ ਜੱਥੇ ਨੂੰ ਮੁਕਤਿਆਂ ਦਾ ਖਿਤਾਬ ਬਖਸ਼ ਦਿੱਤਾ। ਜਿਨ੍ਹਾਂ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ ਅਰਦਾਸ ਦੇ ਵਿੱਚ, ਮਾਤਾ ਭਾਗੋ ਜੀ ਬਚ ਗਏ ਸਨ। ਉਹ ਗੁਰੂ ਜੀ ਦੀਆਂ ਫੌਜਾਂ ਦੇ ਨਾਲ ਹੀ ਹਜੂਰ ਸਾਹਿਬ ਨੂੰ ਚਲੇ ਗਏ। ਕਈ ਵਾਰ ਪੁੱਛਿਆ ਜਾਂਦਾ ਹੈ, ਅਰਦਾਸ ਵਿੱਚ ਕਿਹੜੇ ਮੁਕਤਿਆਂ ਦੇ ਨੂੰ ਸਿਮਰਦੇ ਹਾਂ? ਪਾਓ, ਅਰਦਾਸ ਵਿੱਚ ਆਪਾਂ ਕਿਹੜੇ ਮੁਕਤਿਆਂ ਨੂੰ ਯਾਦ ਕਰਦੇ ਹਾਂ? ਅਰਦਾਸ ਵਿੱਚ ਕਿੰਨਾ ਮੁਕਤਿਆਂ ਦਾ ਜ਼ਿਕਰ ਆਉਂਦਾ ਹੈ, ਇਹ ਪੁੱਛਿਆ ਜਾਂਦਾ ਹੈ। ਚਮਕੌਰ ਵਾਲੇ ਕਿ ਮੁਕਤਸਰ ਵਾਲੇ? ਹੁਣ ਸਾਧ ਸੰਗਤ ਜੀਓ, ਡਾਕਟਰ ਜਸਵੰਤ ਸਿੰਘ ਨੇਕੀ ਜੀ ਹੋਰੀ ਲਿਖਦੇ ਨੇ, ਇਸ ਪ੍ਰਸ਼ਨ ਦਾ ਉੱਤਰ ਬੜਾ ਸੌਖਾ ਹੈ। ਜੇ ਇੱਕ ਯਾਦ ਆ ਜਾਣ ਤਾਂ ਮੁਬਾਰਕ, ਜੇ ਦੂਜੇ ਯਾਦ ਆ ਜਾਣ ਤਾਂ ਵੀ ਮੁਬਾਰਕ, ਤੇ ਜੇਕਰ ਦੋਵੇਂ ਯਾਦ ਆ ਜਾਣ ਤਾਂ ਹੋਰ ਵੀ ਮੁਬਾਰਕ। ਕਿੱਡੇ ਪਿਆਰ ਨਾਲ ਭਿੱਜੀਆਂ ਰੂਹਾਂ ਨੇ। ਤੇ ਸਾਧ ਸੰਗਤ ਜੋ ਮੰਗ ਵੀ ਵੇਖੋ, ਤੇ ਗੁਰੂ ਸਾਹਿਬ ਨੇ ਵੀ ਤੇ ਕਿਹਾ ਸੀ ਨਾ, ਬੇਦਾਵਾ ਤੁਸੀਂ ਲਿਖਿਆ ਹੈ, ਮੈਂ ਤੇ ਨਹੀਂ ਕਿਹਾ, ਤੁਸੀਂ ਮੇਰੇ ਸਿੰਘ ਨਹੀਂ। ਤਾਂ ਸਾਧ ਸੰਗਤ ਜੀਓ, ਉਹ ਟੁੱਟੀ ਗੰਢਣ ਵਾਲੇ ਮੇਰਾਂ ਦੇ ਸਾਈਂ ਗੁਰੂ ਕਲਗੀਧਰ ਪਾਤਸ਼ਾਹ ਕਿਸ ਤਰ੍ਹਾਂ ਬਖਸ਼ ਦਿੰਦੇ ਨੇ। ਕਈ ਵਾਰ ਪੁੱਛਿਆ ਜਾਂਦਾ ਹੈ ਅਰਦਾਸ ਵਿੱਚ, ਇਹ ਕਿਹੜੇ 40 ਮੁਕਤਿਆਂ ਦਾ ਨੂੰ ਅਸੀਂ ਸਿਮਰਦੇ ਹਾਂ ਅਰਦਾਸ ਵਿੱਚ? ਤਾਂ ਬੜਾ ਹੀ ਸਹਿਜ ਜਵਾਬ, ਉਹ 40 ਮੁਕਤੇ ਜਿਹੜੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ, ਲੱਖਾਂ ਫੌਜਾਂ ਦੇ ਨਾਲ ਬੜੀ ਹੀ ਦਲੇਰੀ ਨਾਲ ਜੂਝਦੇ ਹੋਏ, ਲੜਦੇ ਹੋਏ, ਤੇ ਉਹ ਜਿਹੜੇ ਆਪਣੀ ਟੁੱਟੀ ਗੁਰੂ ਪਾਤਸ਼ਾਹ ਤੋਂ ਗੰਢਾ ਗਏ। ਜੇ ਇੱਕ ਯਾਦ ਆ ਜਾਣ ਤਾਂ ਮੁਬਾਰਕ, ਜੇ ਦੂਜੇ ਯਾਦ ਆ ਜਾਣ ਤਾਂ ਵੀ ਮੁਬਾਰਕ, ਤੇ ਜੇਕਰ ਦੋਵੇਂ ਯਾਦ ਆ ਜਾਣ ਤਾਂ ਹੋਰ ਵੀ ਮੁਬਾਰਕ। ਉਹ ਵੀ ਮੁਬਾਰਕ ਜੋ ਸ਼ਹੀਦੀਆਂ ਪਾ ਗਏ, ਉਹ ਵੀ ਜੋ ਸ਼ਹੀਦੀ ਰਾਹੀਂ ਟੁੱਟੀ ਗੰਢਵਾ ਗਏ। ਉਹ ਵੀ ਮੁਬਾਰਕ ਜੋ ਸ਼ਹੀਦੀਆਂ ਪਾ ਗਏ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਚਮਕੌਰ ਦੀ ਜੰਗ ਵਿੱਚ ਸਨ, ਤੇ ਉਹ ਵੀ ਮੁਬਾਰਕ ਜੋ ਸ਼ਹੀਦੀ ਪਾ ਕੇ ਸ਼ਹੀਦੀ ਦੇ ਰਾਹੀਂ ਟੁੱਟੀ ਗੰਢਵਾ ਗਏ। ਤਾਂ ਸਾਧ ਸੰਗਤ ਜੀਓ, ਵਿਚਾਰਨ ਵਾਲੀ ਗੱਲ ਹੈ। ਅਸੀਂ ਘਰ ਬੈਠੇ ਗੁਰੂ ਨੂੰ ਬੇਦਾਵੇ ਦਿੱਤੇ ਬੈਠੇ ਹਾਂ। ਸਾਡਾ ਗੁਰਬਾਣੀ ਨਾਲ ਕਿਤਨਾ ਕੁ ਪਿਆਰ ਹੈ, ਵਿਚਾਰਨ ਦੀ ਬਾਤ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਉਹਨਾਂ ਨੂੰ ਸਿਮਰਦੇ ਹਾਂ। ਹਿਰਦੇ ਕਰਕੇ ਕਦੇ ਵਿਚਾਰ ਕਰਿਆ ਕਰੀਏ, ਗੁਰੂ ਕਿਤਨਾ ਰਹਿਮਤਾਂ ਦਾ ਸਾਗਰ ਹੈ। ਉਹ ਤੇ ਟੁੱਟੀ ਗੰਢ ਲੈਂਦਾ ਹੈ, ਪਰ ਸਾਨੂੰ ਗੰਢਾਣੀ ਤੇ ਆਵੇ। ਵਾਹਿਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਜੋ ਅਸੀਂ ਇਹ ਦਿਨ ਦਿਹਾੜੇ ਮਨਾਉਂਦੇ ਹਾਂ, ਕਦੇ ਵਿਚਾਰ ਕਰਿਆ ਕਰੀਏ, ਕਿਤਨਾ ਸਿਦਕ ਸੀ ਉਹਨਾਂ ਦੇ ਅੰਦਰ, ਕਿਤਨਾ ਪਿਆਰ ਸੀ ਉਹਨਾਂ ਦੇ ਅੰਦਰ। ਤੇ ਸੱਚਮੁੱਚ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात, मौत भी हयात है। ਉਹਨਾਂ ਦੀ ਜ਼ਿੰਦਗੀ ਤੇ ਜ਼ਿੰਦਗੀ ਦੇਣ ਵਾਲੀ ਹੁੰਦੀ ਹੀ ਹੈ। ਇਹਨਾਂ ਸ਼ਹੀਦਾਂ ਦੀ ਮੌਤ ਵੀ ਜੋ ਹੈ ਉਹ ਜ਼ਿੰਦਗੀਆਂ ਦੇ ਜਾਂਦੀ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਅਸੀਂ ਵੀ ਗੁਰੂ ਪਾਤਸ਼ਾਹ ਦੇ ਨਾਲ, ਗੁਰਬਾਣੀ ਨਾਲ ਜੁੜੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।